Like the video, subscribe to the channel and press the bell icon for latest video updates. बेशक अकाली दल का प्रधान सुखबीर सिंह बादल है हाँ जी पर अजे बाप ਇੱਥੇ ਹੀ ਹੈ ਕਿਤੇ ਗਏ ਨਹੀਂ हाँ जी ਤੇ ਉਹ ਕਿਤੇ ਇਹ ਗੱਲ ਕਰ ਸਕਦੇ ਆ ਵੀ ਇਹ ਬੱਚੇ ਇਹਨਾਂ ਨੂੰ ਕੀ ਪਤਾ ਕਿਵੇਂ ਨਿਭਦੀ ਹੁੰਦੀ ਹੈ ਤੇ ਉਹ ਮੁੜ ਕੇ ਫੇਰ ਜੱਫੀਆਂ ਪਾ ਸਕਦੇ ਆ ਕਿਉਂਕਿ ਪਤੀ ਪਤਨੀ ਦਾ ਰਿਸ਼ਤਾ ਉਹਨਾਂ ਦੇ ਕਹਿਣ ਮੁਤਾਬਕ ਆ ਤੇ ਪਤਨੀ ਪਤਨੀ ਦੇ ਵਿੱਚ ਪਤੀ ਤੇ ਪਤਨੀ 'ਚ ਕਈ ਵਾਰੀ ਮਾੜੇ ਮੋਟੇ ਹੁੰਦੇ ਆ ਮਤਭੇਦ ਤੇ ਫੇਰ ਵੀ ਜੁੜੇ ਜਾਂਦੇ ਹੁੰਦੇ ਆ ਕਿਤੇ ਇਦਾਂ ਦੀ ਗੱਲ ਉਹ ਖੇਡ ਸਕਦੇ ਅੱਗੇ ਤੁਹਾਨੂੰ ਪਤਾ ਕਿਸਾਨਾਂ ਦਾ ਅੰਦੋਲਨ ਜਿਹੜਾ ਹੈਗਾ ਬੜਾ ਗਰਮਜੋਸ਼ੀ ਨਾਲ ਅੱਗੇ ਚੱਲ ਰਿਹਾ ਹੈਗਾ। ਸ਼੍ਰੋਮਣੀ ਅਕਾਲੀ ਦਲ ਦੀ ਇਹਦੇ ਵਿੱਚ ਕੀ ਭੂਮਿਕਾ ਹੈਗੀ ਕਿਸਾਨ ਵਰਸਸ ਸ਼੍ਰੋਮਣੀ ਅਕਾਲੀ ਦਲ, ਕਿਉਂਕਿ ਕੁਝ ਸੈਕਸ਼ਨ ਇਹ ਫੀਲ ਕਰ ਰਿਹਾ ਹੈਗਾ ਸ਼੍ਰੋਮਣੀ ਅਕਾਲੀ ਦਲ ਉਹਨਾਂ ਨਾਲ ਕਿਸਾਨਾਂ ਨਾਲ ਪੋਲਿਟਿਕਸ ਕਰ ਰਿਹਾ ਹੈਗਾ। ਦੂਸਰਾ ਜਿਹੜਾ ਹੈਗਾ ਜਦੋਂ ਦਾ ਸ਼੍ਰੋਮਣੀ ਅਕਾਲੀ ਦਲ ਨੇ ਐਨਡੀਏ ਨਾਲ ਨਾਤਾ ਤੋੜਿਆ ਹੈਗਾ ਇਹ ਵੀ ਹੈਗਾ ਵੀ ਉਹਨਾਂ ਨੇ SGPC ਦੀ ਰਾਹ ਪੱਧਰਾ ਹੋ ਗਿਆ ਹੈਗਾ। ਜਸਟਿਸ ਸਾਰੋਂ ਸਾਹਿਬ ਜਿਹੜੇ ਚੀਫ ਕਮਿਸ਼ਨਰ ਗੁਰਦੁਆਰਾ ਇਲੈਕਸ਼ਨ ਨਾਲ ਲਗਾਏ ਹੈਗੇ ਆ, ਇਹਦਾ ਕੀ ਇੰਪੈਕਟ ਹੋਏਗਾ। ਤੇ ਤੀਸਰਾ ਜਿਹੜਾ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਦੁਆਰਾ ਐਨਡੀਏ ਨਾਲ ਰਲ ਸਕਦਾ ਹੈਗਾ, ਇਹ ਵੀ ਬਾਹਰ ਜਿਹੜੀਆਂ ਹੈਗੀਆਂ ਰਿਊਮਰਸ ਜਾਂ ਡਿਸਕਸ਼ਨ ਚੱਲਦੀਆਂ ਹੈਗੀਆਂ। ਇਹ ਸਾਰੇ ਵਿਸ਼ਿਆਂ ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਜੁੜੇ ਨੇ ਮਾਨਯੋਗ ਸੁਖਦੇਵ ਸਿੰਘ ਭੌਤ ਜੋ ਕਿ ਬਹੁਤ ਅੱਛੇ ਸੀਜ਼ਨਡ ਪੋਲੀਟੀਸ਼ੀਅਨ ਵੀ ਹੈਗੇ ਆ ਤੇ SGPC ਦੇ ਸੀਨੀਅਰ ਪੋਜੀਸ਼ਨ ਤੇ ਜਨਰਲ ਸੈਕਟਰੀ ਕਈ ਸਾਲ ਰਹਿ ਚੁੱਕੇ। ਭੌਤ ਸਾਹਿਬ ਸਾਡੇ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈਗਾ। ਮਿਹਰਬਾਨੀ ਜੀ, ਧੰਨਵਾਦ ਜੀ। ਸਭ ਤੋਂ ਪਹਿਲਾਂ ਭੌਰ ਸਾਹਿਬ ਜਿਹੜਾ ਅਕਾਲੀ ਸਿਆਸਤ ਵਰਸਸ ਕਿਸਾਨਾਂ ਦਾ ਅੰਦੋਲਨ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਸਾਡੇ ਦਰਸ਼ਕਾਂ ਨੂੰ? ਦੇਖੋ ਭਾਈ ਸਾਹਿਬ ਇਸ ਤਰ੍ਹਾਂ ਹੈਗਾ ਮੋਦੀ ਸਰਕਾਰ ਨੇ ਜਿਹੜੇ 3 ਨੋਟੀਫਿਕੇਸ਼ਨ ਲਿਆਂਦੇ ਜਿਹੜੇ ਬਾਅਦ ਵਿੱਚ ਬਿੱਲ ਵਜੋਂ ਪੇਸ਼ ਕੀਤੇ ਹੁਣ ਐਕਟ ਬਣ ਚੁੱਕੇ ਹਾਂਜੀ ਉਹ ਤਿੰਨੇ ਹੀ ਕਿਸਾਨੀ ਦੇ ਲਈ ਬਹੁਤ ਖਤਰਨਾਕ ਨੇ। ਹਾਂਜੀ ਪਹਿਲਾਂ ਹੀ ਜਿਹੜੀ ਆਰਥਿਕਤਾ ਮੰਦੀ ਆਰਥਿਕਤਾ ਨਾਲ ਜੂਝ ਰਹੀ ਕਿਸਾਨੀ ਦੇ ਲਈ ਬੜੀ ਵੱਡੇ ਸੰਕਟ ਉਹਨਾਂ ਦੇ ਰਾਹੀਂ ਆਉਣ ਦੇ ਚਾਂਸਸ ਬਣੇ ਹੋਏ ਆ। ਹਾਂਜੀ ਪਰ ਅਕਾਲੀ ਦਲ ਵੱਲੋਂ ਜਿਹੜੇ 2 MP ਸੀਗੇ ਸਰਦਾਰ ਸੁਖਬੀਰ ਸਿੰਘ ਤੇ ਉਹਨਾਂ ਦੀ ਧਰਮ ਪਤਨੀ, ਉਹਨਾਂ ਨੇ ਇੱਕ ਮਿਨਿਸਟਰ ਵੀ ਸੀ ਬੀਬਾ ਜੀ ਤੇ ਜਿਵੇਂ ਹੁਣ BJP ਦੱਸ ਰਹੀ ਆ ਵੀ ਹਰ ਮੀਟਿੰਗ ਵਿੱਚ ਕੈਬਨਿਟ ਮੀਟਿੰਗ ਵਿੱਚ ਉਹ ਜਾਂਦੇ ਵੀ ਰਹੇ, ਡਿਸਕਸ਼ਨ ਵੀ ਕਰਦੇ ਰਹੇ ਤੇ ਪਰ ਉਹ ਵਿਰੋਧ ਨਾ ਕਰ ਸਕੇ। ਹਾਂਜੀ ਕਿਸਾਨਾਂ ਦੇ ਵਿਦਰੋਹ ਅੱਗੇ ਝੁਕਦਿਆਂ ਉਹਨਾਂ ਨੇ ਅਸਤੀਫਾ ਤਾਂ ਦਿੱਤਾ, ਪਰੰਤੂ ਅਸਤੀਫਾ ਦੇਣ ਤੋਂ ਬਾਅਦ ਵੀ ਜਿਹੜੀ ਉਹਨਾਂ ਦੀ ਸਟੇਟਮੈਂਟ ਸੀ ਉਹ ਕਿਸਾਨਾਂ ਦੀ ਤਸੱਲੀ ਨਾ ਕਰਾ ਸਕੇ। ਉਹਨਾਂ ਦੀ ਸਟੇਟਮੈਂਟ ਇਹ ਸੀ ਵੀ ਕਾਨੂੰਨ ਵਧੀਆ ਹੈ ਮੋਦੀ ਸਾਹਿਬ ਨੇ ਬਣਾਇਆ, ਪਰ ਕਿਉਂਕਿ ਕਿਸਾਨ ਇਸ ਨੂੰ ਨਹੀਂ ਸਮਝ ਰਹੇ ਤੇ ਇਸ ਕਰਕੇ ਮੈਂ ਰਿਜ਼ਾਈਨ ਕੀਤਾ। ਹਾਂ ਬਿਲਕੁਲ ਇਹ ਕਿਹਾ ਸੀ। ਬਿਲਕੁਲ ਤਾਂ ਕਿਸਾਨੀ ਦੇ ਹੱਕ ਦੀ ਗੱਲ ਸੀ ਤੇ ਨਾ ਹੀ ਉਹਨਾਂ ਦੀ ਆਰਥਿਕਤਾ ਦੀ ਗੱਲ ਸੀ। ਇਹ ਏਦਾਂ ਲੱਗਦਾ ਸੀ ਵੀ ਜਿਵੇਂ ਮਰਦੀ ਨੇ ਅੱਕ ਚੱਪਿਆ। ਹਾਂ ਬਿਲਕੁਲ ਠੀਕ ਠੀਕ। ਉਹ ਕੋਈ ਬਹੁਤ ਫਾਇਦਾ ਨਹੀਂ ਦੇ ਸਕਿਆ ਉਹਨਾਂ ਨੂੰ। ਫਿਰ ਜਿਵੇਂ ਕਿਸਾਨਾਂ ਦਾ ਮਾਈਂਡ ਸੈਟਅਪ ਬਣ ਚੁੱਕਾ ਸੀ, ਉਹਨਾਂ ਨੇ ਕਿਹਾ ਵੀ ਅਸੀਂ ਆਪਣੇ ਸੰਘਰਸ਼ ਨੂੰ ਰਾਜਨੀਤੀ ਤੋਂ ਪਰੇ ਰੱਖਾਂਗੇ। ਹਾਂਜੀ ਉਹਨਾਂ ਨੇ ਕਿਸੇ ਨੂੰ ਵੀ ਰਾਜਨੀਤਿਕ ਬੰਦੇ ਨੂੰ ਨੇੜੇ ਨਹੀਂ ਆਉਣ ਦਿੱਤਾ ਤੇ ਫਿਰ ਸੁਖਬੀਰ ਸਿੰਘ ਟਰੈਕਟਰ ਵਾਲੀ ਰੈਲੀਆਂ ਦਾ ਜਿਹੜਾ ਚੱਲਣ ਸ਼ੁਰੂ ਕਰ ਦਿੱਤਾ। ਹਾਂਜੀ ਔਰ ਇਹ ਪੰਜਾਬ ਦੀ ਹਿਸਟਰੀ ਵਿੱਚ ਪਹਿਲੀ ਵਾਰੀ ਹੋਇਆ ਵੀ ਤਖਤਾਂ ਦੇ ਉੱਤੇ ਅਰਦਾਸਾਂ ਕਰਕੇ ਮੋਰਚੇ ਤਾਂ ਲੱਗਦੇ ਰਹੇ ਪਰੰਤੂ ਤਖਤਾਂ ਦੇ ਉੱਤੋਂ ਗਵਰਨਰ ਨੂੰ ਮੈਮੋਰੰਡਮ ਦੇਣ ਲਈ ਕਦੀ ਮਾਰਚ ਨਹੀਂ ਸੀ ਨਿਕਲੀ। ਹਾਂਜੀ 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 ਇਹ ਇੱਕ ਨਵੀਂ ਗੱਲ ਸਰਦਾਰ ਸੁਖਬੀਰ ਸਿੰਘ ਨੇ ਕੀਤੀ ਹੈ ਵੀ ਤਖਤਾਂ ਤੋਂ ਮਾਰਚ ਕੱਢ ਕੇ ਦੇਣਾ ਤੇ ਗਵਰਨਰ ਨੂੰ ਮੈਮੋਰੰਡਮ ਉਹ ਵੀ ਦੇ ਨਹੀਂ ਸਕੇ। ਉਹ ਵੀ ਨਹੀਂ ਦੇ ਹੋਇਆ ਤੇ ਤਖਤਾਂ ਤੋਂ ਅਰਦਾਸਾਂ ਸੋਧ ਕੇ ਮੋਰਚੇ ਤਾਂ ਲੱਗਦੇ ਰਹੇ ਆ ਔਰ ਖਾਲਸਾ ਪੰਥ ਜਿੱਤਦਾ ਵੀ ਰਿਹਾ। ਇਹ ਇੱਕ ਪਹਿਲੀ ਘਟਨਾ ਜਿਹੜੀ ਸਮੇਂ ਨੂੰ ਪੁੱਠਾ ਗੇੜਾ ਦੇਣ ਦੀ ਸੀ। ਅੱਛਾ, ਕਿਸਾਨ ਭਰਾਵਾਂ ਦੀਆਂ ਮੰਗਾਂ ਬੜੀਆਂ ਜਾਇਜ਼ ਹੈ, ਏਕਤਾ ਵੀ ਉਹਨਾਂ ਨੇ ਬੜੀ ਬਣਾਈ ਰੱਖੀ। ਹੁਣ ਕਦੀ ਸੁਖਬੀਰ ਜੀ ਬਾਹਰ ਰਹਿ ਕੇ ਮੋਦੀ ਜੀ ਦੇ ਤਰਲੇ ਮਾਰ ਰਹੇ ਜੀ ਮੋਦੀ ਜੀ ਸਿੱਧੀ ਗੱਲ ਕਰੋ, ਮੋਦੀ ਜੀ ਸਿੱਧੀ ਗੱਲ ਕਰੋ। ਹਾਂਜੀ ਉਧਰ ਕਿਸਾਨ ਭਰਾਵਾਂ ਨੂੰ ਇਹ ਪਤਾ ਲੱਗ ਚੁੱਕਾ ਵੀ ਇਹ ਤਾਂ ਉਹੀ ਦਸਤਾ ਹੈ ਜਿਹੜਾ ਮੋਦੀ ਦੇ ਘੁਆੜੇ 'ਚ ਪੈ ਕੇ ਸਾਨੂੰ ਵੱਢਦਾ ਰਿਹਾ। ਬਿਲਕੁਲ ਠੀਕ। ਉਹ ਨੇੜੇ ਨਹੀਂ ਆਉਂਦੇ ਰਹੇ
ਹੁਣ ਸਵਾਲ ਸਿਰਫ ਇੱਥੇ ਹੀ ਖੜਾ, ਕਿਉਂਕਿ ਹੁਣ 14 ਤਰੀਕ ਨੂੰ ਉਹਨਾਂ ਨੇ ਫਿਰ ਰੀਕਾਲ ਦਿੱਤੀ ਹੈ ਸੈਂਟਰ ਗਵਰਨਮੈਂਟ ਨੇ ਕਿਸਾਨ ਭਰਾਵਾਂ ਨਾਲ ਗੱਲ ਕਰਨ ਦੇ ਲਈ, ਤੇ ਜਿਸ ਗੱਲ ਦਾ ਖਦਸ਼ਾ ਸੀ ਉਹ ਗੱਲਾਂ ਉੱਭਰਨੀਆਂ ਸ਼ੁਰੂ ਹੋ ਗਈਆਂ। ਹਾਂਜੀ ਹਾਂਜੀ। ਉਹ ਜਥੇਬੰਦੀਆਂ ਦੇ ਵਿੱਚੋਂ ਇੱਕ ਜਥੇਬੰਦੀ ਤਾਂ ਪਹਿਲੇ ਨਿਕਲ ਗਈ, ਲੱਖੋਵਾਲ ਸਾਹਿਬ ਦੀ। ਲੱਖੋਵਾਲ ਸਾਹਿਬ ਤਾਂ ਵੈਸੇ ਹੀ ਅਕਾਲੀ ਦਲ ਦੀ ਸਮਝੋ ਉਹਨਾਂ ਨਾਲ ਹੀ ਵਿਲੀ ਚੱਲਿਆ ਉਹ। ਤੇ ਦੂਜੀ ਜਿਹੜੀ ਕਿਰਤੀ ਕਿਸਾਨ ਯੂਨੀਅਨ ਨੇ ਕਹਿਤਾ ਵੀ ਅਸੀਂ ਨਹੀਂ ਜਾਣਾ, ਅਸੀਂ ਕੋਈ ਗੱਲ ਨਹੀਂ ਕਰਨੀ, ਅਸੀਂ ਕਿਸੇ ਸੈਕਟਰੀ ਲੈਵਲ ਦੇ ਬੰਦੇ ਨਾਲ ਗੱਲ ਨਹੀਂ ਕਰਨੀ, ਜੇ ਗੱਲ ਕਰਨੀ ਹੈ ਤਾਂ ਸਾਡੇ ਨਾਲ ਕੋਈ ਸਰਕਾਰ ਦਾ ਨੁਮਾਇੰਦਾ ਸਿੱਧਾ ਗੱਲ ਕਰੇ, ਪੋਲੀਟੀਕਲ ਨੁਮਾਇੰਦਾ ਗੱਲ ਕਰੇ। ਤੇ ਤੀਜੀ ਹੁਣ ਇਹ ਵੀ ਪਤਾ ਲੱਗ ਰਿਹਾ ਵੀ ਜਿਹੜੀ ਜੋਗਿੰਦਰ ਸਿੰਘ ਉਗਰਾਹਾਂ ਦੀ BKU ਹੈ, ਉਹਨੇ ਵੀ ਇੱਕ ਫੈਸਲਾ ਜਿਹਾ ਲਿਆ ਵੀ ਅਸੀਂ ਕੱਲ੍ਹ ਵਾਲੀ ਜਿਹੜੀ ਚੰਡੀਗੜ੍ਹ ਮੀਟਿੰਗ ਹੁੰਦੀ ਉਹਦੇ ਵਿੱਚ ਸ਼ਾਮਲ ਨਹੀਂ ਹੋਣਾ। ਇਹ ਮੈਨੂੰ ਡਰ ਲੱਗਦਾ ਵੀ ਕਿਤੇ ਪਤਾ ਨਹੀਂ ਕੋਈ ਸਿਆਸੀ ਦਖਲਅੰਦਾਜ਼ੀ ਜਾਂ ਕੋਈ ਹੋਰ ਗੱਲ ਨਾ ਹੋਵੇ, ਇਹ ਏਕਾ ਟੁੱਟ ਨਾ ਜਾਵੇ। ਇਹ ਏਕੇ ਨੂੰ ਬਣਾ ਕੇ ਰੱਖਣਾ ਕਿਸਾਨ ਲੀਡਰਾਂ ਦਾ ਬਹੁਤ ਵੱਡਾ ਫਰਜ਼ ਬਣ ਗਿਆ, ਬੜਾ ਵੱਡਾ ਦਾਇਿਤਵ ਪਿਆ ਉਹਨਾਂ ਦੇ ਉੱਤੇ, ਇਹ ਏਕੇ ਨੂੰ ਟੁੱਟਣ ਨਹੀਂ ਦੇਣਾ ਚਾਹੀਦਾ। ਚਲੋ ਇਹ ਹੁਣ ਜਿਹੜੀ 14 ਤਰੀਕ ਦਾ ਇਨਵੀਟੇਸ਼ਨ ਆਇਆ ਹੈਗਾ, ਕੌਰ ਸਾਹਿਬ ਕਿਸਾਨ ਜਥੇਬੰਦੀਆਂ ਨੂੰ ਜਾਣਾ ਚਾਹੀਦਾ ਤੁਹਾਡੇ ਹਿਸਾਬ ਨਾਲ? ਗੱਲ ਤਾਂ ਕਰਨੀ ਚਾਹੀਦੀ ਹੈਗੀ ਹੈ, ਕੀ ਹੁੰਦਾ ਹੈਗਾ ਇਹਦੇ ਬਾਰੇ, ਕੀ ਓਪੀਨੀਅਨ ਤੁਹਾਡਾ? ਦੇਖੋ, ਜਿਹੜੀ ਕਿਸਾਨ ਭਰਾਵਾਂ ਦੀ ਓਪੀਨੀਅਨ ਹੈ ਨਾ, ਉਹ ਤਾਂ ਇਹ ਹੈ ਵੀ ਅਸੀਂ ਇੱਕ IAS ਅਫਸਰ ਨਾਲ ਕਾਹਦੀ ਗੱਲ ਕਰੀਏ। ਹਾਂਜੀ ਉਹਨੇ ਫੇਰ ਗੱਲ ਉਹੀ ਕਰਨੀ ਹੈ, ਮੈਂ ਆਪਣੇ ਪੋਲੀਟੀਕਲ ਹੈਡਸ ਨੂੰ ਮਿਲ ਕੇ ਗੱਲ ਕਰੂੰਗਾ, ਤੇ ਇਹ ਬਲ ਫੇਰ ਪਾਉਣ ਨਾਲੋਂ ਸਿੱਧੀ ਮੋਦੀ ਸਾਹਿਬ ਨੂੰ ਗੱਲ ਕਰ ਲੈਣੀ ਚਾਹੀਦੀ ਹੈ। ਠੀਕ 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 ਠੀਕ। ਇੱਕ IAS ਅਫਸਰ ਨਾ ਪ੍ਰਧਾਨ ਮੰਤਰੀ ਦਾ ਕੋਈ ਕਿਹਾ ਮੋੜ ਸਕਦਾ, ਨਾ ਪਾਰਲੀਮੈਂਟ ਦਾ ਕੀਤਾ ਮੋੜ ਸਕਦਾ। ਜੇ ਕੋਈ ਅਮੈਂਡਮੈਂਟ ਵੀ ਕਰਨੀ ਆ ਜਾਂ ਜੇ ਕੁਝ ਵਿਡਰਾਅ ਕਰਨਾ ਜਾਂ ਐਡੀਸ਼ਨ ਕਰਨੀ ਆ, ਤੇ ਉਹ ਪ੍ਰਧਾਨ ਮੰਤਰੀ ਲੈਵਲ ਦਾ ਬੰਦਾ ਹੀ ਕਰ ਸਕਦਾ। ਉਹਨਾਂ ਨੂੰ ਸਿੱਧੀ ਗੱਲ ਕਰਨੀ ਚਾਹੀਦੀ ਹੈ। ਹਾਂਜੀ ਹਾਂਜੀ। ਕਿਸਾਨਾਂ ਨੂੰ ਜਾਣਾ ਵੀ ਜ਼ਰੂਰ ਚਾਹੀਦਾ, ਕਿਉਂਕਿ ਗੱਲ ਕੀਤੇ ਬਿਨਾਂ ਅਖੀਰਤ ਗੱਲ ਤਾਂ ਐਜੀਟੇਸ਼ਨ ਤਾਂ ਟੇਬਲ ਤੇ ਬੈਠ ਕੇ ਮਸਲਾ ਹੱਲ ਹੋਏ। ਇਹਦੇ ਨਾਲ ਹੀ ਇੱਕ ਪੰਜਾਬ ਵਿੱਚ ਇੱਧਰ ਉੱਧਰ ਬੜਾ ਇੱਕ ਚੱਲ ਰਿਹਾ ਹੈਗਾ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਭਾਵੇਂ ਇਹਨੇ ਜਿਹੜਾ ਹੈਗਾ ਅਸਤੀਫਾ ਤਾਂ ਉਹਨਾਂ ਜਿਹੜਾ ਤੋੜ ਵਿਛੋੜਾ ਕੀਤਾ ਸੀ NDA ਨਾਲੋਂ, ਇਹ ਪੋਲਿਟਿਕਸ ਵਿੱਚ ਟੁੱਟ ਗਏ ਜੁੜ ਗਏ ਚੱਲਦਾ ਹੀ ਰਹਿੰਦਾ ਹੈਗਾ, ਤੁਹਾਨੂੰ ਪਤਾ। ਇਹ ਜੁੜ ਵੀ ਸਕਦੇ ਹੈਗੇ ਆ NDA ਨਾਲ ਮੁੜ ਕੇ? ਇਹ ਕੋਈ ਬਹੁਤ ਵੱਡੀ ਗੱਲ ਨਹੀਂ, ਕਿਉਂਕਿ ਬੇਸ਼ੱਕ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੈ, ਪਰ ਅਜੇ ਬਾਪ ਇੱਥੇ ਹੀ ਹੈ, ਕਿਤੇ ਗਏ ਨਹੀਂ। ਤੇ ਉਹ ਕਿਤੇ ਇਹ ਗੱਲ ਕਰ ਸਕਦੇ ਆ ਵੀ ਇਹ ਬੱਚੇ, ਇਹਨਾਂ ਨੂੰ ਕੀ ਪਤਾ ਕਿਵੇਂ ਨਿਭਦੀ ਹੁੰਦੀ ਹੈ, ਤੇ ਉਹ ਮੁੜ ਕੇ ਫੇਰ ਜੱਫੀਆਂ ਪਾ ਸਕਦੇ ਆ, ਕਿਉਂਕਿ ਪਤੀ ਪਤਨੀ ਦਾ ਰਿਸ਼ਤਾ ਉਹਨਾਂ ਦੇ ਕਹਿਣ ਮੁਤਾਬਕ ਆ, ਤੇ ਪਤਨੀ ਦੇ ਵਿੱਚ ਪਤੀ ਤੇ ਪਤਨੀ 'ਚ ਕਈ ਵਾਰੀ ਮਾੜੇ ਮੋਟੇ ਹੁੰਦੇ ਆ ਮਤਭੇਦ, ਤੇ ਫੇਰ ਵੀ ਜੁੜੇ ਜਾਂਦੇ ਹੁੰਦੇ ਆ, ਕਿਤੇ ਏਦਾਂ ਦੀ ਗੱਲ ਉਹ ਖੇਡ ਸਕਦੇ ਨਹੀਂ। ਇੱਕ ਇਹ ਵੀ ਗੱਲਬਾਤ ਚੱਲ ਰਹੀ, ਮਨਜਿੰਦਰ ਸਿੰਘ ਸਿਰਸਾ he is trying to mediate between ਅਕਾਲੀ ਦਲ ਐਂਡ ਦਾ ਗਵਰਨਮੈਂਟ ਜੋੜਨ ਵਾਸਤੇ, ਇਹਦੇ ਵਿੱਚ ਕੁਝ ਸੱਚਾਈ ਹੋ ਸਕਦੀ ਹੈ? ਦੇਖੋ, ਦੋ ਗੱਲਾਂ ਨੇ। ਪਹਿਲੀ ਗੱਲ ਤਾਂ ਇਹ ਹੈ ਵੀ BJP ਨੂੰ ਪੰਜਾਬ ਫਤਿਹ ਕਰਨ ਦੇ ਲਈ ਕਿਸੇ ਸਾਥੀ ਦੀ ਲੋੜ ਹੈ। ਹਾਂਜੀ। ਤੇ ਉਹ ਸਾਥੀ ਜਿਹੜਾ ਉਹਨਾਂ ਦਾ ਪਹਿਲਾ ਸੀ, ਜਿਹੜਾ ਉਹਨਾਂ ਦੀ ਭਰੋਸੇਯੋਗਤਾ ਗਵਾ ਚੁੱਕਾ ਹੈ, ਤੇ ਨਾ ਉਹਨੇ ਇਕੱਲੀ BJP ਦੀ ਭਰੋਸੇਯੋਗਤਾ ਨਹੀਂ ਗਵਾਈ, ਆਪਣੇ ਅਲਾਈ ਪਾਰਟਨਰ ਦੀ ਭਰੋਸੇਯੋਗਤਾ ਨਹੀਂ ਗਵਾਈ, ਉਹ ਪੰਥ ਦੀ ਭਰੋਸੇਯੋਗਤਾ ਤੇ ਕਿਸਾਨੀ ਦੀ ਭਰੋਸੇਯੋਗਤਾ, ਜਿਹੜੇ ਦੋ ਉਹਦੇ ਪੱਕੇ ਵੋਟ ਬੈਂਕ ਸੀ, ਉਹ ਵੀ ਗਵਾ ਚੁੱਕਾ। ਹਾਂ ਬਿਲਕੁਲ। ਤੇ ਹੁਣ ਇਹਨਾਂ ਦੀ ਰਿਪਲੇਸਮੈਂਟ BJP ਨੇ ਜਾਂ ਤਾਂ ਕਿਸੇ ਨਵੇਂ ਧੜੇ ਦੇ ਨਾਲ ਜਿਹੜੀਆਂ ਲੁਕ ਲਾਈਆਂ ਉਹ ਪ੍ਰਗਟ ਹੋ ਜਾਣਗੀਆਂ ਥੋੜੇ ਦਿਨਾਂ 'ਚ। ਹਾਂਜੀ। ਤੇ ਜੇ ਨਹੀਂ ਲੱਗੀਆਂ ਕਿਤੇ, ਤੇ ਫਿਰ ਉਹ ਕਿਸੇ ਦੇ ਸਹਾਰੇ ਤੇ ਹੀ ਚੋਣ ਲੜ ਸਕਦੇ ਆ ਪੰਜਾਬ ਦੇ ਵਿੱਚ। ਇਹ ਉਹ ਸਹਾਰਾ ਲੱਭਣ ਦੇ ਲਈ ਇਹ ਦੋਨੇ ਫਾਰਮੂਲੇ ਹੋ ਸਕਦੇ ਆ, ਕੋਈ ਵਿੱਚ ਵਿਚੋਲਾ ਵੀ ਪੈ ਸਕਦਾ, ਜਾਂ ਬਾਦਲ ਸਾਹਿਬ ਵਰਗਾ ਇਹਨਾਂ ਨੂੰ ਇਸ ਕਰਕੇ ਘੂਰ ਸਕਦਾ ਵੀ ਇਹਨਾਂ ਨੂੰ ਤਾਂ ਭਾਈ ਕੋਈ ਪਤਾ ਨਹੀਂ, ਇਹ ਤਾਂ ਆਪਾਂ ਸੰਬੰਧ ਜਿਹੜਾ ਮੇਰੇ ਜੀਣ ਤੱਕ ਤਾਂ ਰਹਿਣਾ ਚਾਹੀਦਾ ਨਾ। ਇੱਕ ਜੇ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ, ਸੁਖਬੀਰ ਬਾਦਲ ਇਸ ਤਰ੍ਹਾਂ ਦਾ ਕੋਈ ਸਟੈਪ ਲੈਂਦੇ ਹੈਗੇ ਆ, ਤੇ ਇਹ ਫਿਰ ਪੰਜਾਬ ਦਾ ਵੋਟ ਬੈਂਕ ਨਹੀਂ ਇਹਨਾਂ ਨਾਲ ਟੁੱਟ ਜਾਏਗਾ? ਇੱਕ ਪਾਸੇ ਕਿੱਥੇ ਇਹਨੇ ਕਹੇ ਜੀ ਅਸੀਂ ਕਿਸਾਨਾਂ ਦੇ ਤੁਹਾਡੇ ਬਾਂਹ ਫੜਨੇ ਵਾਲੇ ਆ, ਫਿਰ ਉਹ ਕਦੀ ਬਾਂਹ ਫੜ ਲਈ ਕਦੀ ਛੱਡ ਲਈ, ਇਹ ਤਾਂ ਇੱਕ ਬਹੁਤ ਵੱਡਾ ਪੋਲੀਟੀਕਲ ਰਿਸਕ ਹੋਏਗਾ। ਨਹੀਂ, ਉਹਦੇ ਤਾਂ ਦੇਖੋ ਜੀ ਏਦਾਂ ਹੁੰਦਾ ਨਾ, ਭਾਰਤ ਸਾਹਿਬ ਸਿਆਣੇ ਕਹਿੰਦੇ ਹੁੰਦੇ ਆ, ਸਾਰਾ ਹੀ ਜਾਂਦਾ ਦੇਖ ਕੇ ਅੱਧਾ ਦਈਏ ਬਣ। ਹਾਂਜੀ। ਬਹੁਤ ਕੁਝ ਤਾਂ ਚਲੇ ਗਿਆ, ਬਹੁਤ ਕੁਝ ਚਲੇ ਗਿਆ। ਦੋ ਹੀ ਪੱਕੇ ਵੋਟ ਬੈਂਕ ਸੀ, ਕਿਸਾਨੀ ਤੇ ਪੰਥ, ਦੋਨੋਂ ਹੀ ਨਾਰਾਜ਼ ਬੈਠੇ।
ਹਾਂਜੀ ਤੇ ਸਹਾਰੇ ਦੀ ਲੋੜ ਹੈ। ਤੇ ਬਹੁਤ ਕੁਝ ਐਸਾ ਵੀ ਹੈ ਜਿਹੜਾ ਪਿਛਲੀ ਅਮਰਿੰਦਰ ਸਰਕਾਰ ਨੇ ਜਿਹੜਾ ਕੁਝ ਕੱਢਿਆ ਸੀ, ਕੁਝ ਈਡੀ ਦੀਆਂ ਇਨਕੁਆਇਰੀਆਂ ਪੈਂਡਿੰਗ ਪਈਆਂ, ਕੁਝ ਹੋਰ ਪਈਆਂ, ਤੇ ਹਾਂਜੀ ਹਾਂਜੀ ਉਹ ਕੇਂਦਰ ਦੀ ਕੀ ਨੀਅਤ ਆ, ਉਹ ਖੋਲਣੀਆਂ ਨਹੀਂ ਖੋਲਣੀਆਂ, ਕੀ ਕਰਨਾ, ਇਹ ਅਜੇ ਸਾਰਾ ਕੁਝ ਪ੍ਰਗਟ ਹੋ ਜਾਣਾ ਥੋੜੇ ਦਿਨਾਂ 'ਚ ਹੀ। ਇਹਦੇ ਨਾਲ ਜਿਹੜਾ ਹੁਣ ਜਸਟਿਸ SS ਸਾਰੋਂ ਸਾਹਿਬ ਨੂੰ ਜਿਹੜਾ ਲਾਇਆ ਹੈਗਾ ਗੁਰਦੁਆਰਾ ਕਮਿਸ਼ਨ ਦਾ ਜਿਹੜਾ ਕਰਤਾ ਧਰਤਾ, ਇਹ ਵੀ ਫੀਲਿੰਗ ਹੈਗੀ ਆ ਵੀ ਜੇ ਉਹਦੇ ਨਾਲੋਂ ਅੱਡ ਨਾ ਹੁੰਦੇ ਤਾਂ ਜਿਵੇਂ 5 ਸਾਲ ਤੋਂ ਪਹਿਲਾਂ ਇਹ ਚੱਲੀ ਜਾ ਰਿਹਾ ਸੀ, ਇਹ ਇਦਾਂ ਹੀ ਐਕਸਟੈਂਡ ਹੋਈ ਜਾਣੀ ਸੀ SGPC। ਇਹਨਾਂ ਦੇ ਫਾਲ ਆਊਟ ਦਾ ਨਤੀਜਾ ਹੈਗਾ ਕਿ ਜਾਂ ਨੋਰਮਲ ਰੂਟੀਨ ਇਹ ਅਨਾਉਂਸਮੈਂਟ ਹੋਈ ਆ? ਨਹੀਂ, ਮੇਰਾ ਖਿਆਲ ਇਹ ਨਾਰਮਲ ਰੂਟੀਨ ਹੈ, ਕਿਉਂਕਿ ਇੱਕ ਜੱਜ ਸਾਹਿਬ ਪਹਿਲਾਂ ਵੀ ਲਾਏ ਸੀ ਤੇ ਅੱਛਾ ਉਹ ਜੀ, ਉਹਨਾਂ ਨੇ ਚਾਰਜ ਨਹੀਂ ਲਿਆ, ਜਸਟਿਸ ਦਰਸ਼ਨ ਸਿੰਘ ਹੋਰਾਂ ਨੇ। ਅੱਛਾ ਤੇ ਇਹਨਾਂ ਨੇ ਚਾਰਜ ਲਿਆ, ਪਰ ਅਜੇ ਇਹਨਾਂ ਦਾ ਨੋਟੀਫਿਕੇਸ਼ਨ ਨਹੀਂ ਹੋਇਆ। ਜਦੋਂ ਨੋਟੀਫਿਕੇਸ਼ਨ ਹੋਊਗਾ, ਇਹਨਾਂ ਦਾ ਸਫ਼ਰ ਬੜਾ ਲੰਬਾ ਹੈ। ਹਾਂਜੀ ਨੋਟੀਫਿਕੇਸ਼ਨ ਤੋਂ ਬਾਅਦ ਇਹ ਜਿਹੜੀਆਂ ਇੰਟਰਸਟਿਡ ਪਾਰਟੀਆਂ ਸ਼੍ਰੋਮਣੀ ਕਮੇਟੀ ਲੜਨੀਆਂ ਚਾਹੁੰਦੀਆਂ, ਉਹਨਾਂ ਨੂੰ ਰਜਿਸਟਰ ਕਰਨਗੇ। ਫਿਰ ਰਜਿਸਟਰ ਕਰਨ ਤੋਂ ਬਾਅਦ ਉਹਨਾਂ ਨਾਲ ਕੁਝ 1-2 ਮੀਟਿੰਗਾਂ ਚੋਣ ਸੁਧਾਰਾਂ ਪ੍ਰਤੀ ਕਰਨਗੇ ਕਿ ਕਿਵੇਂ ਵੋਟਾਂ ਬਣਨ, ਕਿਵੇਂ ਜਿਹੜੇ ਸਹਿਜਧਾਰੀਆਂ ਨੂੰ ਕਿਵੇਂ ਪਾਸੇ ਰੱਖਣਾ ਤੇ ਕਿਵੇਂ ਵੋਟਾਂ ਬਣਾਉਣੀਆਂ, ਕੀ ਤਰੀਕਾ ਹੋਣਾ ਚਾਹੀਦਾ। ਫਿਰ ਉਸ ਤੋਂ ਬਾਅਦ ਜਦੋਂ ਗਵਰਨਮੈਂਟ ਆਫ ਇੰਡੀਆ ਹੋਮ ਮਿਨਿਸਟਰੀ ਜਿਹੜੀ ਹੈ ਇਲੈਕਸ਼ਨ ਪ੍ਰੋਗਰਾਮ ਅਨਾਉਂਸ ਕਰੂਗੀ, ਫਿਰ ਉਹਦੇ ਮੁਤਾਬਕ ਵੋਟਾਂ ਬਣਨੀਆਂ, ਵੋਟਾਂ ਬਣਨ ਤੋਂ ਬਾਅਦ ਵੋਟਾਂ ਤੇ ਇਤਰਾਜ਼ ਲੱਗਣੇ, ਕਟਾਉਣੀਆਂ, ਹਲਕਾਬੰਦੀ ਕਰਨੀ, ਇਹ ਸਾਰਾ ਕੁਝ ਉਹ ਲੰਬੇ ਪ੍ਰੋਸੈਸ ਦਾ ਹਿੱਸਾ। ਇਹ ਜਦੋਂ ਦੀ ਇਹ SGPC ਦਾ ਚੋਣਾਂ ਦਾ ਰਾਹ ਪੱਧਰਾ ਹੋਇਆ ਹੈਗਾ, ਇਹ ਕੱਲ ਸੁਖਬੀਰ ਸਿੰਘ ਬਾਦਲ ਦੀ ਵੀ ਮੈਂ ਪ੍ਰੈਸ ਸਟੇਟਮੈਂਟ ਟੈਲੀਵਿਜ਼ਨ ਤੇ ਦੇਖਿਆ ਸੀ। ਉਹਨਾਂ ਨੇ ਕਿਹਾ ਵੀ ਅਸੀਂ ਚੋਣਾਂ ਲੜਨ ਲਈ ਤਿਆਰ ਹੈਗੇ। ਉਧਰੋਂ ਜਿਹੜਾ ਦੂਸਰੇ ਗਰੁੱਪ ਹੈਗੇ, ਢੀਂਡਸਾ ਸਾਹਿਬ ਜਾਂ ਦੂਸਰੇ ਹੋਰ ਜਿਹੜੇ ਗਰੁੱਪ ਹੈਗੇ, ਉਹ ਵੀ ਬੜੇ ਖੁਸ਼ ਆ ਵੀ ਅਸੀਂ ਲੜਨੇ ਲਈ ਤਿਆਰ ਹੈਗੇ ਆ। ਕਿੱਧਰ ਟਿਲਟ ਜਾ ਸਕਦੀ ਹੈਗੀ ਆ? ਕਿੰਨਾ ਕਿੰਨਾ ਦਾ ਦਲ ਬਾਦਲ ਤੋਂ ਇੱਕ ਵੋਟ ਬੈਂਕ ਖਿੱਚ ਸਕਦਾ ਹੈ ਜਾਂ ਕੋਈ ਦੂਸਰੀਆਂ ਪਾਰਟੀਆਂ ਲਿਜਾ ਸਕਦੀ? ਕੀ ਸੰਭਾਵਨਾ ਤੁਹਾਨੂੰ ਲੱਗਦੀ? ਦੇਖੋ, ਜਿਹੜੇ ਬਾਦਲ ਵਿਰੋਧੀ ਧੜੇ ਆ, ਉਹਨਾਂ ਨੂੰ ਇੱਕ ਇਹਦਾ ਸਬੂਤ ਦੇਣਾ ਚਾਹੀਦਾ। ਉਹਨਾਂ ਨੂੰ ਆਪਣਾ ਕੋਈ ਕਾਮਨ ਮਿਨੀਮਮ ਪ੍ਰੋਗਰਾਮ ਬਣਾ ਕੇ ਉਹਦੇ ਤੇ ਇਕੱਠੇ ਹੋਣਾ ਚਾਹੀਦਾ। ਬੇਸ਼ੱਕ ਉਹ ਪਾਰਟੀਆਂ ਆਪਣੀਆਂ ਅਲੱਗ-ਅਲੱਗ ਰੱਖਣ, ਪਰੰਤੂ ਸੀਟ ਐਡਜਸਟਮੈਂਟ ਵੀ ਕਰ ਸਕਦੀਆਂ, ਕਿਸੇ ਸਾਂਝੇ ਪ੍ਰੋਗਰਾਮ ਤੇ ਇਕੱਠੀਆਂ ਹੋ ਸਕਦੀਆਂ। ਜੇ ਇਕੱਠੇ ਨਾ ਹੋਏ ਤਾਂ ਫਿਰ ਨਤੀਜਾ ਬਹੁਤਾ ਵਧੀਆ ਮੈਨੂੰ ਨਿਕਲਣ ਦੀ ਉਮੀਦ ਨਹੀਂ ਲੱਗਦੀ। ਇਕੱਠੇ ਹੋ ਕੇ ਹੀ ਨਤੀਜਾ ਕੱਢਿਆ ਜਾ ਸਕਦਾ ਹੈ ਤੇ ਉਹਦੇ ਵਿੱਚ ਜਿਹੜੇ ਮਾੜੇ-ਮੋਟੇ ਮਤਭੇਦ ਆ ਉਹਨਾਂ ਨੂੰ ਭੁਲਾਉਣੇ ਚਾਹੀਦੇ ਆ। ਕੋਈ ਘੱਟੋ-ਘੱਟ ਸਾਂਝਾ ਪ੍ਰੋਗਰਾਮ ਤੈਅ ਕਰਕੇ ਉਹਦੇ ਮੁਤਾਬਕ ਇਕੱਠੇ ਹੋਣੇ ਚਾਹੀਦੇ। ਇਸ ਇਸ਼ੂ ਤੇ ਸ਼ਾਇਦ ਜਿੰਨਾ ਕੁ ਮੈਂ ਪ੍ਰੋਗਰਾਮ ਕੀਤੇ, ਸ਼ਾਇਦ ਸਾਰੇ ਇਕੱਠੇ ਹੋਣੇ ਦੀ ਸੰਭਾਵਨਾ। ਪਰ ਭੌਰ ਸਾਹਿਬ, ਇੱਕ ਮੈਂ ਤੁਹਾਨੂੰ ਹੋਰ ਸਪਸ਼ਟ ਤੌਰ ਤੇ ਸਵਾਲ ਪੁੱਛਦਾ ਹੈਗਾ ਕਿ ਜਿੰਨਾ ਕੁ ਪਹਿਲਾਂ ਜਿਹੜੀਆਂ SGPC ਦੀਆਂ ਇਲੈਕਸ਼ਨ ਹੋਈਆਂ, ਤੁਹਾਨੂੰ ਪਤਾ ਇਹਦੇ ਵਿੱਚ ਸ਼ਰਾਬ ਵੀ ਚੱਲਦੀ ਰਹੀ ਹੈਗੀ ਆ, ਨਸ਼ਾ ਵੀ ਚੱਲਦਾ ਰਿਹਾ, ਈਵਨ ਪੈਸੇ ਦਾ ਵੀ ਉਹ ਆਦਾਨ ਪ੍ਰਦਾਨ ਹੁੰਦਾ ਰਿਹਾ। ਇੱਕ ਜੇ ਧਿਰ ਏਦਾਂ ਕਰੇਗੀ, ਦੂਜੀ ਧਿਰ ਉਹਨੂੰ ਕਾਊਂਟਰ ਕਰ, ਉਹਨੂੰ ਵੀ ਇਦਾਂ ਕਰਨਾ ਪਏਗਾ। ਇਹ ਬਹੁਤ ਮਾੜਾ ਰੁਝਾਨ ਹੈ। ਇਹ ਧਾਰਮਿਕ ਚੋਣਾਂ ਹੈ, ਇਹ 'ਚ ਸੇਵਾਦਾਰੀ ਚੋਣ ਹੋਣੇ ਆ ਤੇ ਸੇਵਾਦਾਰਾਂ ਨੂੰ ਅਜਿਹੀਆਂ ਹਰਕਤਾਂ ਸ਼ੋਭਾ ਨਹੀਂ ਦੇਣੀਆਂ। ਗੁਰੂ ਘਰ ਦੀ ਸੇਵਾ ਇਹਨਾਂ ਅਨਫੇਅਰ ਮੀਨਸ ਦੇ ਨਾਲ ਨਹੀਂ ਲੈਣੀ ਚਾਹੀਦੀ। ਤੇ ਮੈਂ ਇਹ ਵੀ ਬੇਨਤੀ ਕਰਦਾ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਔਰ ਪੰਜਾਬ ਦੇ ਜਿਹੜਾ ਪੰਥਕ ਥਿੰਕ ਟੈਂਕ ਜਿਹਨੂੰ ਕਹਿ ਸਕਦੇ ਹਾਂ ਆਪਾਂ, ਜਥੇਦਾਰ ਸਾਹਿਬ ਨੂੰ ਸਾਂਝੇ ਲੋਕਾਂ ਦਾ ਇੱਕ ਪੈਨਲ ਬਣਾਉਣਾ ਚਾਹੀਦਾ, ਜਿਹੜੇ ਇੱਕ ਧਿਰ ਨੂੰ ਰਿਪਰੈਜ਼ੈਂਟ ਨਾ ਕਰਦੇ ਹੁਣ, ਸਾਰੀਆਂ ਧਿਰਾਂ ਨੂੰ ਕਰਦੇ। ਮੇਰੀ ਇਹ ਰਾਏ ਹੈ ਵੀ ਜਿੰਨੀਆਂ ਵੀ ਪਾਰਟੀਆਂ ਜਿਹੜੇ ਵੀ ਉਮੀਦਵਾਰ ਲੜਾਉਣੇ ਚਾਹੁੰਦੀ, ਉਹ ਸਮੇਤ ਪਰਿਵਾਰ ਉਸ ਪੈਨਲ ਦੇ ਸਾਹਮਣੇ ਪੇਸ਼ ਹੋਣ। ਉਹ ਆਪਣੀ ਪੰਥਕ ਪ੍ਰਤੀਬੱਧਤਾ, ਆਪਣਾ ਜੀਵਨ, ਆਪਣੀ ਪਰਿਵਾਰ ਦਾ ਜੀਵਨ, ਉਹ ਸਾਰਾ ਉੱਥੇ ਜਾ ਕੇ ਉਹਨਾਂ ਨੂੰ ਦੱਸਣ ਤੇ ਜਦੋਂ ਉਹ NOC ਦੇ ਦੇਣ ਤੇ ਫਿਰ ਬੇਸ਼ੱਕ ਕਿਸੇ ਧੜੇ ਦਾ ਵੀ ਹੋਵੇ, ਚੋਣ ਉਹੀ ਲੜੇ ਜਿਹਦੇ ਕੋਲ NOC ਹੋ। ਚੰਗੇ ਉਮੀਦਵਾਰ ਸਾਹਮਣੇ ਹੋ, ਜਿਹੜੇ ਚੰਗੇ ਸਹੀ ਜਿਹੜਾ ਸੋਚ ਵਾਲਾ, ਸਹੀ ਦੇਖ ਵਾਲਾ ਬੰਦਾ ਜਿਹੜਾ ਹੈਗਾ, ਉਹ ਚੋਣਾਂ ਲਈ ਖੜਾ ਹੋ। ਕਿਸੇ ਵੀ ਪਾਰਟੀ ਵੱਲੋਂ ਆਵੇ, ਕਿਸੇ ਵੀ ਪਾਰਟੀ ਵੱਲੋਂ ਆਵੇ, ਉਹ ਜਿਹੜਾ ਕਲੀਅਰੈਂਸ ਲੈ ਕੇ ਆਵੇ ਪੰਥ ਪ੍ਰਤੀ ਵਚਨਬੱਧਤਾ ਦੀ। ਤੇ ਦੂਜੀ ਬੇਨਤੀ ਇਹ ਵੀ ਕਰਦਾ ਤੁਹਾਡੇ ਜਰੀਏ ਵੀ ਐਤਕੀ ਪੰਥ ਨੂੰ ਵੀ ਬੜੇ ਵੱਡੇ ਫੈਸਲੇ ਲੈਣੇ ਪੈਣੇ। ਧੜਿਆਂ ਤੋਂ ਉੱਪਰ ਉੱਠ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੋਟ ਪਾਉਣੀ ਪੈਣੀ ਹੈ ਤੇ ਧੜਿਆਂ ਤੋਂ ਉੱਪਰ ਉੱਠ ਕੇ ਚੰਗੇ ਕਿਰਦਾਰ ਵਾਲੇ ਗੁਰਸਿੱਖਾਂ ਨੂੰ ਚੁਣ ਕੇ ਇਸ ਮਹਾਨ ਸੰਸਥਾ ਵਿੱਚ ਭੇਜਣਾ ਚਾਹੀਦਾ ਤਾਂ ਕਿ ਇਸ ਸੰਸਥਾ ਦੀ ਵਕਾਰ ਬਹਾਲੀ ਹੋ ਸਕੇ। ਇਹ ਹੁਣ ਜਿਹੜੇ ਚਲੋ ਦੂਜੀ ਪੋਲਿਟਿਕਸ ਆ, ਉਹ ਤਾਂ ਆਪਾਂ ਫਿਰ ਕਿਤੇ ਡਿਸਕਸ ਕਰਾਂਗੇ। ਜੇ SGPC ਦੀ ਇਲੈਕਸ਼ਨ ਵਿੱਚ
ਬਰਗਾੜੀ ਇਸ਼ੂ ਉੱਥੇ ਦਾ ਉੱਥੇ ਖੜਾ, ਕੋਟਕਪੂਰਾ ਵਾਲਾ ਹੈਗਾ ਜਿਹੜਾ ਸੌਦੇ ਸਾਧ ਦੀ ਮਾਫੀ, ਇਹਦੇ ਲਈ ਸ਼੍ਰੋਮਣੀ ਅਕਾਲੀ ਦਲ ਕੀ ਮੂੰਹ ਲੈ ਕੇ ਜਾਏਗਾ, ਕਿਵੇਂ ਡਿਫੈਂਡ ਕਰੇਗਾ? ਇਹ ਮੇਜਰ ਮੁੱਦੇ ਬਣ ਸਕਦੇ ਹੋ? ਉਹ ਤਾਂ ਜੀ ਇਸ ਗੱਲ ਨੂੰ ਕੋਈ ਮੁੱਦਾ ਹੀ ਨਹੀਂ ਸਮਝਦੇ। ਉਹਨਾਂ ਨੇ ਤਾਂ ਨਾ ਬੇਅਦਬੀ ਨੂੰ ਕੋਈ ਬੇਅਦਬੀ ਸਮਝਿਆ ਸੀ, ਨਹੀਂ ਤੇ ਸਰਕਾਰ ਹੋਵੇ ਸਿੱਖਾਂ ਦੀ ਤੇ ਗੁਰੂ ਸਾਹਿਬ ਦੀ ਬੇਅਦਬੀ ਏਦਾਂ ਹੋ ਜਾ ਕੰਧਾਂ ਤੇ ਇਸ਼ਤਿਹਾਰ ਲਾ ਕੇ। ਮੈਂ ਤੇ ਇਸ ਤੋਂ ਹੈਰਾਨ ਆ ਵੀ ਜਿਹੜੇ ਲੋਕ ਸਿੱਖਾਂ ਦੇ ਲੀਡਰ ਕਹਾਉਂਦੇ ਆ, ਪੰਜਾਬ ਵਿੱਚ ਕਿੰਨੀ ਥਾਂ ਹੀ ਬੇਅਦਬੀਆਂ ਹੋਈਆਂ। ਚਲੋ ਬਰਗਾੜੀ ਤਾਂ ਉਹਨਾਂ ਨੂੰ ਡਰ ਲੱਗਦਾ ਸੀ, ਉੱਥੇ ਸਿੰਘ ਬੈਠੇ ਸੀ, ਤੇ ਬਾਕੀ ਕਿੰਨੇ ਥਾਵਾਂ ਦੇ ਉੱਤੇ ਅਕਾਲੀ ਦਲ ਦਾ ਪ੍ਰਧਾਨ, ਅਕਾਲੀ ਦਲ ਦਾ ਕੋਈ ਮੰਤਰੀ ਤੇ ਜਾਂ ਕਿਸੇ ਤਖਤ ਦਾ ਜਥੇਦਾਰ ਕਿੰਨੇ ਜਗ੍ਹਾ ਤੇ ਗਿਆ, ਮੈਨੂੰ ਤੁਸੀਂ ਗਿਣ ਕੇ ਦੱਸ ਦਿਓ। ਕਿਤੇ ਵੀ ਨਹੀਂ ਗਏ। ਇਹਨਾਂ ਲਈ ਤਾਂ ਮੁੱਦੇ ਹੀ ਨਹੀਂ। ਹਾਂਜੀ, ਕਰ ਲਓ ਗੱਲ ਆਪਣੀ ਪੂਰੀ। ਇਹਨਾਂ ਲਈ ਕੋਈ ਮੁੱਦੇ ਨਹੀਂ। ਦੇਖੋ, ਅਸੀਂ ਬਾਰ-ਬਾਰ ਰੌਲਾ ਪਾਉਂਦੇ ਰਹੇ ਹਾਂ ਜਦੋਂ ਸਰਕਾਰ ਅਕਾਲੀ ਦਲ ਦੀ ਸੀ ਵੀ ਸਿੱਖ ਬੱਚਿਆਂ ਦੇ ਫੜੇ ਤੇ ਕਿਰਪਾਨਾਂ ਲਹਾ ਕੇ ਇਮਤਿਹਾਨਾਂ ਵਿੱਚ ਜਾਣ ਦਿੱਤਾ ਜਾ ਰਿਹਾ, ਵੀ ਤੁਸੀਂ ਵਿਰੋਧ ਕਰੋ, ਕਿਸੇ ਕੋਲ ਗੱਲ ਕਰੋ। ਹੁਣ ਤੁਸੀਂ ਦੇਖ ਲਓ, ਰੀਸੈਂਟਲੀ ਵੈਸਟ ਬੰਗਾਲ ਦੇ ਵਿੱਚ ਇੱਕ ਸਿਕਿਉਰਿਟੀ ਪਰਸਨਲ ਨਾਲ ਜੋ ਕੁਝ ਕੀਤਾ ਪੁਲਿਸ ਨੇ, ਉਹਨੂੰ ਸੜਕ ਤੇ ਘੜੀਸਿਆ, ਉਹਦੇ ਕੇਸਾਂ ਦੀ ਬੇਅਦਬੀ ਕੀਤੀ। ਅਕਾਲੀ ਦਲ ਦਾ ਕੋਈ ਬਿਆਨ ਆਇਆ? ਨਹੀਂ, ਕੋਈ ਨਹੀਂ ਆਇਆ। ਕਿਸੇ ਤਖਤ ਦੇ ਜਥੇਦਾਰ ਦਾ ਆਇਆ? ਇਹਨਾਂ ਲਈ ਤਾਂ ਇਹ ਮੁੱਦੇ ਹੀ ਨਹੀਂ। ਹਾਂਜੀ ਹਾਂਜੀ। ਸੋ ਇੱਕ ਪੌਰ ਸਾਹਿਬ, ਜਿਹੜੇ 328 ਸਰੂਪ ਇਨਕੁਆਰੀ ਵੀ ਹੋਈ ਹੈਗੀ ਆ, ਪਰ ਉਹ ਇਨਕੁਆਰੀ ਨੂੰ ਜਦੋਂ ਇਹਨਾਂ ਨੇ ਹਸ਼ ਅਪ ਕਰਨੇ ਦੀ ਕੋਸ਼ਿਸ਼ ਕਰਕੇ, ਜਿਵੇਂ ਅਕਾਲ ਤਖਤ ਤੇ ਉਹ ਜਿਹੜੇ ਪੇਸ਼ ਕੀਤੇ ਹੈਗੇ ਆ SGPC ਦੇ, ਜਾਂ ਜਿਹੜੇ ਦੂਸਰੇ ਜਿਹੜੇ ਮੁਲਾਜ਼ਮ ਹੈਗੇ ਆ, ਹੁਣ ਉਹ ਇੱਕ ਬਹੁਤ ਵੱਡਾ, ਉਹ ਬਿਲਕੁਲ ਉੱਥੇ SGPC ਦੇ ਆਫਿਸ ਦਿਨ ਰਾਤ ਇੱਕ ਜਿਹੜਾ ਧਰਨਾ ਲੱਗਾ ਹੈਗਾ, ਜਿੱਥੇ ਦਿਨੇ ਵੀ ਕਾਫੀ ਲੋਕੀ ਆਉਂਦੇ। ਇੱਕ ਕੱਲ ਪਰਸੋਂ ਮੈਨੂੰ ਮਿਲੇ ਜਲੰਧਰ ਦੇ ਇੱਕ 80 ਸਾਲਾ ਬਜ਼ੁਰਗ ਆ, ਉਹ ਡੇਲੀ ਸਵੇਰੇ ਜਾਂਦੇ ਤੇ ਸ਼ਾਮ ਨੂੰ ਜਾਂਦੇ ਆ। ਮੈਂ ਉਹਨਾਂ ਨੂੰ ਪੁੱਛਿਆ ਕਿੰਨੇ, ਕਹਿੰਦਾ ਉੱਥੇ ਦਿਨੇ ਤਾਂ ਬਹੁਤ ਜ਼ਿਆਦਾ ਹੁੰਦਾ, ਰਾਤ ਨੂੰ ਵੀ 100, 150, 200 ਬੰਦਾ ਰਹਿੰਦਾ ਹੈਗਾ। ਇਹਦਾ ਕੀ ਕਨਕਲੂਜਨ ਹੋਏਗਾ? ਮਤਲਬ ਇਹਦਾ ਪੋਲਿਟਿਕਸ ਤੇ ਕੀ ਅਸਰ ਹੋਏਗਾ SGPC ਦਾ? ਭਾਲੇ ਸਾਹਿਬ, ਪਹਿਲੀ ਤਾਂ ਗੱਲ ਇਹ ਆ ਵੀ ਜਿਹੜੇ ਵੀ ਸਿੱਖ ਉੱਥੇ ਬੈਠੇ ਆ, ਉਹ ਇਸ ਕਰਕੇ ਹੀ ਬੈਠੇ ਆ ਨਾ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜੇ ਘਟੇ ਵਧੇ ਜਾਂ ਤਾਂ ਕਿੱਥੇ ਗਏ? ਹਾਂਜੀ, ਕਿਸ ਬੰਦੇ ਨੇ ਦਿੱਤੇ, ਕਿਹਦੇ ਕਹਿਣ ਤੇ ਦਿੱਤੇ, ਕਿਹਨੂੰ ਦਿੱਤੇ? ਹਾਂਜੀ। ਬਾਕੀ ਗੱਲਾਂ ਤਾਂ ਬਾਅਦ ਦੀਆਂ ਨਾ, ਵੀ ਕਿੰਨੇ ਪੈਸੇ ਕੌਣ ਖਾ ਗਿਆ, ਕੌਣ ਨਹੀਂ ਖਾ ਗਿਆ। ਇਹ ਤਸੱਲੀ ਤਾਂ ਜਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਰਾਵੇ ਜਾਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਰਾਵੇ। ਹਾਂਜੀ। ਇਹ ਜੇ ਉਹਨਾਂ ਨੂੰ ਮਹੀਨਾ ਬੈਠਿਆਂ ਨੂੰ ਹੋ ਗਿਆ ਤੇ ਕਿੱਡੀ ਕੁ ਵੱਡੀ ਗੱਲ ਹੈ। ਮੈਨੂੰ ਇੱਕ ਅਹੁਦੇਦਾਰ ਦਾ ਫੋਨ ਆਇਆ ਸੀ ਵੀ ਦੱਸੋ ਜੀ ਰਸਤਾ ਕੀ ਹੈ। ਮੈਂ ਕਿਹਾ ਜਿਹੜੇ ਧਰਨੇ ਤੇ ਬੈਠੇ 2-4 ਬੰਦੇ ਉਹਨਾਂ ਦੇ ਲੈ ਜਾਓ, ਸਾਰੇ ਸਿੰਘ ਸਮਾਨਾਂ ਨੂੰ ਲੈ ਜਾਓ, ਬਾਕੀ ਜਿਹੜੀਆਂ ਪੰਥਕ ਸੰਪਰਦਾਵਾਂ ਸੰਸਥਾਵਾਂ ਉਹਨਾਂ ਦਾ ਇੱਕ ਬੰਦਾ ਲੈ ਜਾਓ। ਤੁਹਾਡਾ ਹੀ ਰਿਕਾਰਡ ਚੋਰੀ ਕਰਕੇ ਲੋਕ ਬੋਲ ਰਹੇ ਨਾ ਰੋਜ਼ ਸੋਸ਼ਲ ਮੀਡੀਆ ਤੇ ਕਿ ਆਹ ਹੋ ਗਿਆ, ਆਹ ਹੋ ਗਿਆ। ਤੁਸੀਂ ਜੋ ਸੱਚ ਹੈ ਉਹਨਾਂ ਦੇ ਸਾਹਮਣੇ ਰੱਖੋ ਤੇ ਆਹ ਸਾਡਾ ਰਿਕਾਰਡ ਹੈ, ਆਹ ਸਾਡੇ ਰਿਕਾਰਡ ਨੂੰ ਸਜ਼ਾ ਦੇਣੇ ਦੀ ਸੋਚ ਰਹੇ ਹੈਗੇ। ਹਾਂਜੀ, ਏਦਾਂ ਇਹਨਾਂ ਨੇ ਗਲਤੀ ਕੀਤੀ ਆ, ਸਾਡੀ ਫਾਈਂਡਿੰਗ ਆ ਅਸੀਂ ਦੱਸਦੇ ਆ, ਤੇ ਇਸ ਹਿਸਾਬ ਨਾਲ ਇਹਨਾਂ ਨੂੰ ਅਸੀਂ ਜੋ ਕਾਨੂੰਨ ਦੇ ਦਾਇਰੇ ਮੁਤਾਬਕ ਸਜ਼ਾ ਦੇਣੇ ਦੀ ਸੋਚ। ਜਦੋਂ ਮਹਾਰਾਜ ਦੇ ਸਰੂਪ ਛਪਦੇ ਆ, ਉਹ ਕੋਈ ਐਵੇਂ ਨਹੀਂ ਛਪਦੇ। ਉਹਦੇ ਲਈ ਛਾਪਣ ਦੇ ਲਈ ਪੇਪਰ ਅਲਾਟ ਹੁੰਦਾ ਲਿਖਤੀ ਤੌਰ ਤੇ। ਫਿਰ ਕਿੰਨਾ ਪੇਪਰ ਕੰਜ਼ਿਊਮ ਹੋਇਆ ਉਹ ਲਿਖਿਆ ਜਾਂਦਾ, ਫਿਰ ਕਿੰਨਾ ਪ੍ਰਿੰਟ ਹੋਇਆ ਉਹ ਲਿਖਿਆ ਜਾਂਦਾ, ਕਿੰਨਾ ਵੇਸਟ ਹੋਇਆ ਉਹ ਲਿਖਿਆ ਜਾਂਦਾ, ਕਿੰਨੇ ਦੀ ਪ੍ਰੂਫ ਰੀਡਿੰਗ ਹੋਈ ਉਹ ਲਿਖਿਆ ਜਾਂਦਾ, ਕਿੰਨਾ ਬਾਈਂਡ ਹੋ ਗਿਆ ਉਹ ਲਿਖਿਆ ਜਾਂਦਾ, ਫਿਰ ਕਿੰਨਾ ਕੰਪਲੀਟ ਹੋ ਗਿਆ ਉਹ ਲਿਖਿਆ ਜਾਂਦਾ, ਫਿਰ ਸਟੋਰ ਲੈਦਰਾਂ ਚੜ੍ਹਦਾ। ਹਾਂਜੀ, ਇਹ ਐਵੇਂ ਨਹੀਂ ਹੈ। ਤੇ ਉੱਥੇ ਜੇ ਕਿਸੇ ਬੰਦੇ ਨੇ ਗਲਤੀ ਕੀਤੀ ਆ, ਵੱਖ-ਵੱਖ ਉਹਦੇ ਫੇਜ਼ਿਸ ਹੈਗੇ ਆ, ਉੱਥੇ ਚੈੱਕ ਕਰਕੇ ਜਿਹੜਾ ਬੰਦਾ ਉਹਨੂੰ ਕਲਪ੍ਰਿਟ ਨੂੰ ਬਾਹਰ ਲੈ ਕੇ ਸਜ਼ਾ ਦੇਣੀ ਚਾਹੀਦੀ ਹੈ। ਇਹ ਕੌਮ ਜੇ ਬੈਠੀ ਹੈ ਗਲੀਆਂ ਬਾਜ਼ਾਰਾਂ ਦੇ ਵਿੱਚ ਇਨਸਾਫ ਮੰਗ ਰਹੀ ਗੁਰੂ ਸਾਹਿਬ ਦਾ, ਉਹਨਾਂ ਦੀ ਤਸੱਲੀ ਕੌਣ ਕਰਾਊਗਾ? ਜਾਂ ਪ੍ਰਧਾਨ ਕਰਾਵੇ ਜਾਂ ਜਥੇਦਾਰ ਕਰਾਵੇ। ਉਹ ਰਾਮਸਰ ਦੇ ਜਿਹੜੇ ਕਮਲਜੀਤ ਸਿੰਘ, ਉਹਨਾਂ ਦੀ ਆਪੋਜੀਸ਼ਨ ਵਾਲਿਆਂ ਨੇ ਪ੍ਰੈਸ ਕਾਨਫਰੰਸ ਕਰਾਈ ਸੀ ਤੇ ਉਹਨਾਂ ਨੇ ਦੱਸਿਆ ਵੀ SGPC ਦੇ ਅਧਿਕਾਰੀਆਂ ਨੇ ਉਹ ਬੜਾ ਰੁਕਾਵਟ ਪਾਈ ਪਿਆ, ਕਿਸੇ ਤਰੀਕੇ ਨਾਲ ਪ੍ਰੈਸ ਕਾਨਫਰੰਸ ਨਾ ਹੋਵੇ, ਜਿਹਦੇ ਉਹਨਾਂ ਨੇ ਕਿਹਾ ਵੀ ਅਹੁਦੇਦਾਰਾਂ ਦੇ ਫੋਨ ਆਉਂਦੇ ਸੀ, ਆਹ 2 ਇੱਧਰ ਦੇ ਦਿਓ, ਆ ਤੀਜੇ ਇੱਧਰ ਦੇ ਦਿਓ। ਕਹਿੰਦਾ ਮੈਂ ਉੱਦਾਂ ਦਿੰਦਾ ਰਿਹਾ ਹੈਗਾ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਹੁਣ ਤੇ ਕਮਲਜੀਤ ਸਿੰਘ ਦੀ ਸਰਵਿਸ ਖਤਮ ਹੋ ਚੁੱਕੀ ਹੈ। ਹਾਂਜੀ, ਉਹਦਾ ਕੋਈ ਡਰ ਨਹੀਂ, ਕਿਸੇ ਦਾ ਉਹਨੂੰ ਡਰ ਨਹੀਂ, ਨਾ ਵੱਡੇ ਅਫਸਰ ਦਾ ਡਰ ਹੈ, ਨਾ ਛੋਟੇ ਦਾ ਡਰ ਹੈ। ਮੂੰਹ ਸੀਤਾ ਦੱਸੇ ਉਹ ਕਿਹਨੇ ਉਹ ਕਿਹਾ। ਹਾਂਜੀ, ਉਹਦੇ ਕੋਲ ਕਿਹੜਾ ਉਹਨੂੰ ਹੁਕਮ ਕਰਦਾ ਰਿਹਾ, ਕਿਹਦੇ ਕਹਿਣ ਤੇ ਦਿੰਦਾ ਰਿਹਾ, ਹੁਣ ਖੁੱਲ ਕੇ ਦੱਸੇ, ਕੌਮ ਦੇ ਸਾਹਮਣੇ ਸੱਚ ਰੱਖੇ। ਹਾਂਜੀ ਹਾਂਜੀ ਹਾਂਜੀ। ਸੋ ਇੱਕ ਦੋ ਹੋਰ ਪੌਰ ਸਾਹਿਬ ਇਹਦੇ ਸੰਬੰਧ ਵਿੱਚ ਗੱਲਾਂ
ਆਮ ਲੋਕਾਂ ਵਿੱਚ ਜਾਂ ਸਾਡੇ ਸਿੱਖ ਬਾਹਰ ਬਹੁਤ ਹੈਗੇ ਆ। ਸਾਡੇ ਇੱਥੋਂ ਪੰਜਾਬ ਦੇ ਸਿੱਖਾਂ ਨਾਲੋਂ ਜਿਹੜੇ ਬਾਹਰ ਸਾਡੇ ਸਿੱਖ ਭਾਈਚਾਰੇ ਦੇ ਗਏ, ਉਹਨਾਂ ਦਾ ਪੰਜਾਬ ਵਿੱਚ ਈਵਨ ਪੰਜਾਬ ਦੀ ਪੋਲਿਟਿਕਸ ਐਸਜੀਪੀਸੀ 'ਚ ਬਹੁਤ ਜ਼ਿਆਦਾ ਇੰਟਰਸਟ ਹੈ। ਜਦੋਂ ਇਸ ਤਰ੍ਹਾਂ ਦੀ ਇੰਸੀਡੈਂਟਸ ਹੁੰਦੇ, ਖਾਸ ਤੌਰ ਤੇ ਧਾਰਮਿਕ ਜਿਹੜੀਆਂ ਸੰਸਥਾਵਾਂ ਵਿੱਚ ਕੋਈ ਇਸ ਤਰ੍ਹਾਂ ਦੀ ਗੜਬੜ ਹੁੰਦੀ ਹੈਗੀ ਆ, ਉਹ ਉਹਨਾਂ ਨੂੰ ਬੜਾ ਨਮੋਸ਼ੀ ਹੁੰਦੀ ਹੈਗੀ ਆ। ਤੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕੇਵਲ ਪੰਜਾਬ ਦੇ ਸਿੱਖਾਂ ਦਾ ਗੁਰੂ ਨਹੀਂ ਹੈ। ਦੁਨੀਆ ਦੇ ਕੋਨੇ-ਕੋਨੇ ਵਿੱਚ ਬੈਠਾ ਸਿੱਖ ਆਪਣੇ ਗੁਰੂ ਨੂੰ ਨਮਸਕਾਰ ਵੀ ਕਰਦਾ, ਉਹਦੇ ਕੋਲੋਂ ਉਪਦੇਸ਼ ਵੀ ਹਾਸਲ ਕਰਦਾ, ਹੁਕਮ ਵੀ ਹਾਸਲ ਕਰਦਾ, ਆਪਣੀ ਜੀਵਨ ਜਾਚ ਨੂੰ ਗੁਰੂ ਦੇ ਹੁਕਮਾਂ ਮੁਤਾਬਕ ਢਾਲਣਾ ਵੀ ਲੋਚਦਾ। ਇਹ ਚਿੰਤਾ ਸੁਭਾਵਕ ਹੈ। ਜਿੱਥੇ ਵੀ ਗੁਰੂ ਦਾ ਸਿੱਖ ਬੈਠਾ, ਉਹਨੂੰ ਇਸ ਪਵਿੱਤਰ ਤੇ ਮੁਕੱਦਸ ਹੁਕਮ ਜਿਹੜਾ ਸਾਡੇ ਗੁਰੂ ਸਾਹਿਬ ਨੇ ਸਾਨੂੰ ਕੀਤਾ ਹੋਇਆ, ਔਰ ਉਸ ਬਾਣੀ ਦੇ ਅਪਮਾਨ ਪ੍ਰਤੀ ਵੀ ਦੁੱਖ ਲੱਗਦਾ। ਤੇ ਜੇ ਉਸ ਬਾਣੀ ਦੇ ਸਹਾਰੇ ਦੇ ਨਾਲ ਕੋਈ ਬੰਦਾ ਕੋਈ ਰਾਜਨੀਤੀ ਕਰਦਾ ਜਾਂ ਕੋਈ ਖਿਲਵਾੜ ਕਰਦਾ, ਉਹਨਾਂ ਦੇ ਮਨ ਦੁਖੀ ਹੋਣੇ ਸੁਭਾਵਿਕ। ਚਲੋ ਆਪਾਂ origignal ਟੌਪਿਕ ਤੇ ਆਉਂਦੇ, ਕਿਸਾਨਾਂ ਤੇ। ਇਹ ਮਤਲਬ ਜੇ ਇਹੋ ਉਹਨਾਂ ਦੀ ਕਿਸਾਨਾਂ ਦੀ ਤਾਂ ਸਰਕਾਰ ਦੀ ਆਪਸ ਵਿੱਚ ਪੂਰੀ ਮੁਲਾਕਾਤ ਹੋਵੇ, ਕਿਸ ਤਰੀਕੇ ਨਾਲ ਕੰਪਰੋਮਾਈਜ਼ ਹੋ ਸਕਦਾ? ਜਿਹੜਾ ਮਿਨੀਮਮ ਜਿਹੜੇ ਸਰਕਾਰ ਨੂੰ ਕਿਸਾਨ ਕਹਿਣਾ, ਇਹਨਾਂ ਤਾਂ ਤੁਹਾਨੂੰ ਮੰਨਣਾ ਹੀ ਪੈਣਾ ਹੈਗਾ, ਉਹ ਕਿਹੜੇ ਪੁਆਇੰਟਸ ਹੈਗਾ ਤੁਹਾਡੇ ਹਿਸਾਬ ਨਾਲ? ਦੇਖੋ, ਪਹਿਲੀ ਤਾਂ ਇਹ ਗੱਲ ਹੈ ਭਾਰਤ ਸਾਹਿਬ, ਬਈ ਪੰਜਾਬ ਦੇ ਨਹੀਂ, ਹਿੰਦੁਸਤਾਨ ਦੇ ਕਿਸਾਨ ਨੇ ਪੋਲੀਟੀਕਲ ਲੋਕਾਂ ਹੱਥੋਂ ਬਹੁਤ ਵਾਰੀ ਧੋਖਾ ਖਾਧਾ। ਉਹ ਸਿਰਫ ਉਹਨਾਂ ਦਾ ਬਣੇ ਰਹੇ। ਹੁਣ ਇਹ ਖੁਸ਼ੀ ਦੀ ਗੱਲ ਹੈ, ਤਸੱਲੀ ਦੀ ਗੱਲ ਹੈ, ਬਈ ਕਿਸਾਨ ਤੇ ਨੌਜਵਾਨੀ ਬਹੁਤ ਸੁਚੇਤ ਹੋ ਚੁੱਕੀ ਹੈ, ਔਰ ਉਹ ਸੁਚੇਤ ਨੌਜਵਾਨੀ ਜਿਹੜੀ ਹੈ ਉਹ ਹੁਣ ਹਰ ਧੋਖੇ ਨੂੰ ਸਮਝ ਰਹੀ ਹੈ। ਤੇ ਸਮਝਣ ਤੋਂ ਬਾਅਦ ਉਹ ਆਪਣੇ ਵੱਡਿਆਂ ਨੂੰ ਵੀ ਐਜੂਕੇਟ ਕਰ ਰਹੀ ਹੈ ਵੀ ਕੀ ਹੋਣਾ ਚਾਹੀਦਾ ਤੇ ਕਿਵੇਂ ਹੋਣਾ ਚਾਹੀਦਾ। ਹਾਂਜੀ। ਨਹੀਂ, ਜਿਹੜਾ ਮੇਰਾ ਇੱਕ ਤਾਂ ਐਮਐਸਪੀ ਆ, ਜਿਹੜੇ ਕੰਟਰੈਕਟ ਫਾਰਮਿੰਗ ਦੇ ਕਲੌਜ਼ ਹੈਗੇ, ਤੀਸਰਾ ਜਿਹੜਾ ਡੀਸੀਐਸਐਸ ਨੂੰ। ਦੇਖੋ, ਜੇ ਇਹਨਾਂ ਨੂੰ ਐਕਟਾਂ ਨੂੰ ਸੌਖੇ ਤਰੀਕੇ ਨਾਲ ਪੜ੍ਹਨਾ ਸਮਝਣਾ ਹੋਵੇ ਤਾਂ ਤਿੰਨ ਵੱਡੀਆਂ ਚੀਜ਼ਾਂ। ਇੱਕ ਪਹਿਲਾ ਦਾ ਹੈ 1955 ਦਾ ਜਿਹੜਾ ਫੂਡ ਸਟੋਰੇਜ ਐਕਟ ਸੀਗਾ ਨਾ, ਐਸੈਂਸ਼ੀਅਲ ਕਮੋਡਿਟੀ ਐਕਟ, ਉਹਨੂੰ ਖਤਮ ਕਰ ਦਿੱਤਾ ਹੋਇਆ। ਉਹ ਕੀ ਸੀਗਾ ਵੀ ਜਿਹੜੀ ਜਮਾਖੋਰੀ ਆ ਕਿਸੇ ਹੱਦ ਤੱਕ ਕੋਈ ਵਿਅਕਤੀ ਕਰ ਸਕਦਾ, ਵਪਾਰੀ ਕਰ ਸਕਦਾ। ਉਹ ਖੁੱਲ੍ਹ ਦੇ ਦਿੱਤੀ ਆ ਵੀ ਤਕੜਾ ਬੰਦਾ ਜਿੰਨੀ ਮਰਜ਼ੀ ਸਸਤੇ ਭਾਅ ਖਰੀਦ ਕੇ ਜਿੰਨਾ ਮਰਜ਼ੀ ਸਟੋਰ ਕਰ ਲਵੇ ਤੇ ਉਹਨੂੰ ਆਪਣੀ ਮਰਜ਼ੀ ਦੇ ਭਾਅ ਨਾਲ ਮਹਿੰਗੇ ਭਾਅ ਵੇਚ ਸਕਦਾ। ਹਾਂਜੀ। ਦੂਜਾ ਜਿਹੜਾ ਸੀ ਉਹ ਹੈਗਾ ਕੰਟਰੈਕਚੁਅਲ ਫਾਰਮਿੰਗ। ਉਹ ਚੀਜ਼ਾਂ ਵੀ ਕੰਟਰੈਕਟ ਇਨ ਬਿਟਵੀਨ ਐਂਟਰਪ੍ਰੀਨਿਓਰ ਐਂਡ ਫਾਰਮਰ। ਜ਼ਮੀਨ ਫਾਰਮਰ ਦੀ ਹੋਊਗੀ, ਖੇਤੀ ਕਰੂ ਤੇ ਕਰਾਊਗਾ ਕੋਈ ਵੱਡਾ ਕਾਰਪੋਰੇਟ ਘਰਾਣਾ। ਅੱਛਾ, ਉਹਦੇ ਕੋਲ ਕਹਿ ਦਿੱਤਾ ਵੀ ਜੇ ਕਾਰਪੋਰੇਟ ਘਰਾਣਾ ਤੁਹਾਨੂੰ ਪੈਸੇ ਨਾ ਪੂਰੇ ਦੇਵੇ ਫਿਰ ਕੀ ਹੋਊਗਾ? ਫਿਰ ਉਹ ਕਹਿੰਦੇ ਜੀ ਐਸਟੀਐਮ ਪੈਸੇ ਦਵਾਊਗਾ। ਐਸਟੀਐਮ ਨਹੀਂ ਦਵਾਉਂਦਾ ਤੇ ਤੁਸੀਂ ਕਿਸੇ ਕੋਲ ਚਲੇ ਜਾਓ। ਤੇ ਹੁਣ ਵਿਚਾਰੀ ਕਿੱਲੇ ਵਾਲੇ ਕਿਸਾਨਾਂ ਦੀ ਕੌਣ ਸੁਣਦਾ? ਨਾ ਐਸਡੀਐਮ ਨੇ ਸੁਣਨੀ, ਨਾ ਡੀਸੀ ਨੇ ਸੁਣਨੀ। ਸਮਝੌਤਾ ਜਿਹੜਾ ਹੁੰਦਾ ਹਮੇਸ਼ਾ ਬਰਾਬਰ ਦੇ ਲੋਕਾਂ 'ਚ ਹੁੰਦਾ। ਸਮਝੌਤਾ ਇਹ ਨਹੀਂ ਹੁੰਦਾ ਵੀ ਅੰਬਾਨੀ ਦਾ ਸਮਝੌਤਾ 2 ਕਿੱਲਿਆਂ ਵਾਲੇ ਨਾਲ ਹੋ ਜਾਵੇ ਤੇ ਉਹ 2 ਕਿੱਲਿਆਂ ਵਾਲਾ ਵਿਚਾਰਾ ਉਹਦਾ ਕੁਛ ਨਹੀਂ ਵਿਗਾੜ ਸਕਦਾ। ਤੀਜਾ ਉਹਦੇ ਵਿੱਚ ਹੈਗਾ, ਜਿਹੜਾ ਤੀਜਾ ਐਕਟ ਹੈ ਉਹ ਹੈਗਾ ਓਪਨ ਮਾਰਕੀਟਿੰਗ। ਇੱਕ ਤਾਂ ਸੀ ਜਿਹੜੀ ਮਾਰਕੀਟਿੰਗ ਹੈ, ਇੱਕ ਓਪਨ ਮਾਰਕੀਟਿੰਗ ਹੈ। ਹੁਣ ਇਹ ਵੀ ਜਿਹੜੇ ਛੋਟੇ ਕਿਸਾਨ ਦੇ ਲਈ ਬੜੀ ਔਖਾ। 85% ਪੰਜਾਬ ਦਾ ਕਿਸਾਨ ਜਿਹੜਾ 5 ਏਕੜ ਤੋਂ ਘੱਟ ਵਾਲਾ। ਹੁਣ ਦੇਖੋ, ਜੇ 5 ਏਕੜ ਦੇ ਵਿੱਚ ਵੀ ਉਹ ਕਣਕ ਬੀਜ ਲਵੇ ਤਾਂ 90 ਕੁਇੰਟਲ ਨਿਕਲਣੀ। 90 ਕੁਇੰਟਲ ਇੱਕ ਟਰਾਲੀ 'ਚ ਪੈ ਜਾਣੀ। ਹੁਣ ਮੱਧ ਪ੍ਰਦੇਸ਼ ਵੇਚਣ ਜਾਊਗਾ ਕਿ ਦਿੱਲੀ ਜਾਊ ਟਰਾਲੀ ਲੈ ਕੇ ਵੇਚਣ? ਜ਼ਿਮੀਂਦਾਰ ਵਿਚਾਰਾ ਐਸਾ ਛੋਟਾ ਜ਼ਿਮੀਂਦਾਰ ਜਿਹਦੇ ਕੋਲ ਹਲ ਵਾਹੁਣ ਦੇ ਲਈ ਵੀ ਆਪਣਾ ਟਰੈਕਟਰ ਨਹੀਂ, ਉਹ ਕਿਰਾਏ ਤੇ ਲਿਆ ਕੇ ਵਾਹੁੰਦਾ। ਮੰਡੀ ਫਸਲ ਲੈ ਕੇ ਜਾਣੀ ਆ, ਕਿਸੇ ਦੀ ਟਰਾਲੀ ਮੰਗ ਕੇ ਲੈ ਕੇ ਜਾਂਦਾ। ਇਹਨੂੰ ਐਸੇ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਵੀ ਜਿਵੇਂ ਐਮਐਸਪੀ ਹੈਗੀ ਨਾ, ਐਮਐਸਪੀ ਦਾ ਹੀ ਚੱਕਰ ਹੈ ਸਾਰਾ। ਹੁਣ ਐਮਐਸਪੀ ਕੀ ਚੀਜ਼ ਹੈ? ਜੇ ਕੋਈ ਮਿਨੀਮਮ ਸਪੋਰਟ ਪ੍ਰਾਈਸ ਫਿਕਸ ਵੀ ਕਰ ਦਿੰਦੀ ਹੈ ਸਟੇਟ, ਤੇ ਜੇ ਉਹ ਹੁੰਦਾ ਹੀ ਨਹੀਂ ਤੇ ਸਟੇਟ ਪ੍ਰਬੰਧ ਕਰੇ। ਫਿਰ ਜੇ ਐਮਐਸਪੀ ਤੇ ਨਹੀਂ ਵਿਕ ਰਿਹਾ, ਜਿਹੜਾ ਡਿਫਰੈਂਸ ਹੈ ਉਹ ਸਰਕਾਰ ਦੇਵੇ। ਤੇ ਐਮਐਸਪੀ ਫਿਰ ਕੀ ਕਰਾਂਗੇ? ਜਿੰਨੀ ਮਰਜ਼ੀ ਫਿਕਸ ਕਰ ਦੇਵੇ। ਮੱਕੀ ਦੀ 1850 ਰੁਪਏ ਸੀ, 600 ਰੁਪਏ ਨੂੰ ਵਿਕੀ ਹੈ। ਬਿਲਕੁਲ। ਇਹ ਸਰਾਸਰ
ਕਿਸਾਨ ਨੂੰ ਲਪੇਟੇ 'ਚ ਲੈ ਕੇ ਖਤਮ ਕਰਨ ਦੀ ਕਹਾਣੀ ਆ। ਔਰ ਆਪਾਂ ਇਹ ਸਮਝਦੇ ਹਾਂ, ਸਾਰੇ ਪੰਜਾਬ ਦੇ ਲੋਕ ਵੀ ਸਮਝਦੇ ਆ, ਹਿੰਦੁਸਤਾਨ ਦੇ ਵੀ ਸਮਝਦੇ ਆ। ਮੋਦੀ ਸਰਕਾਰ ਨੇ ਆਪਣੇ ਮੋਢਿਆਂ ਤੋਂ ਸਾਰਾ ਹੀ ਭਾਰ ਲਾਤਾ ਲੋਕਾਂ ਨੇ। ਪਹਿਲਾਂ 에ਅਰਲਾਈਨਾਂ ਪ੍ਰਾਈਵੇਟ ਕੀਤੀਆਂ, ਫਿਰ 에ਅਰਪੋਰਟ ਪ੍ਰਾਈਵੇਟ ਕੀਤੇ, ਰੇਲਵੇ ਪ੍ਰਾਈਵੇਟ ਕਰਤੀ, ਰੋਡਵੇਜ ਪਹਿਲੇ ਪ੍ਰਾਈਵੇਟ ਸੀਗੀ, ਸੜਕਾਂ ਪ੍ਰਾਈਵੇਟ ਕਰਤੀਆਂ, ਹੈਲਥ ਪ੍ਰਾਈਵੇਟ ਕਰਤੀ, ਐਜੂਕੇਸ਼ਨ ਪ੍ਰਾਈਵੇਟ ਕਰਤੀ। ਤੇ ਸਰਕਾਰ ਦਾ ਫਿਰ ਅਚਾਰ ਪਾਉਣਾ ਜੇ ਸਾਰਾ ਕੁਝ ਕਾਰਪੋਰੇਟ ਘਰਾਣਿਆਂ ਨੇ ਕਰ। ਇੱਕ ਹੋਰ ਬੜੀ ਖਤਰਨਾਕ ਕਲੌਜ਼ ਹੈ ਵੀ ਜਿਹੜਾ ਐਂਟਰਪ੍ਰੈਨਿਓਰ ਹੈ, ਤੁਹਾਡੀ ਜ਼ਮੀਨ ਜਿਹੜੀ ਕੰਟਰੈਕਟ ਤੇ ਲਈ ਹੈ ਉਹਦੇ ਉੱਤੇ ਉਹ ਲੋਨ ਲੈ ਸਕਦਾ। ਫਿਰ ਤਾਂ ਕਿਸਾਨ ਮਰਿਆ। ਤੇ ਇੱਕ ਜਗ੍ਹਾ ਨਹੀਂ ਹੋਇਆ। ਮੈਂ ਇੱਕ ਦਿਨ ਇੱਕ ਸਿੰਘ ਦੀ ਇੰਟਰਵਿਊ ਸੁਣ ਰਿਹਾ ਸੀ, ਉਹ ਕਹਿੰਦਾ ਬੀਬੀ ਭੱਠੜ ਨੂੰ ਰਗੜਾ ਲਾ ਕੇ ਦੌੜ ਗਏ। ਉਹਦੀ ਜ਼ਮੀਨ ਤੇ ਲੋਨ ਲੈ ਕੇ ਭੱਜ ਗਏ। ਤੇ ਇੱਕ ਉਹ ਕਹਿੰਦੇ ਅਸੀਂ ਮਤੀ ਫੜ ਕੇ ਉਹਨੂੰ ਅੰਦਰ ਕਰਾਇਆ। ਹਾਂਜੀ। ਸਰਕਾਰ ਨੂੰ ਇਹ ਚੀਜ਼ਾਂ ਸਮਝਣੀਆਂ ਚਾਹੀਦੀਆਂ। ਦਰਅਸਲ ਜਿਹੜਾ ਐਗਰੀਕਲਚਰ ਆ, ਇਹਦੀ ਮਾਰਕੀਟਿੰਗ ਆ ਜਾਂ ਪ੍ਰੋਡਕਸ਼ਨ ਆ, ਇਹ ਸਟੇਟ ਸਬਜੈਕਟ ਹੋਣਾ ਚਾਹੀਦਾ। ਵੱਖ-ਵੱਖ ਸੂਬਿਆਂ ਦੇ ਵਿੱਚ ਮੌਸਮ ਇੱਕੋ ਜਿਹਾ ਨਹੀਂ ਹੈ, ਇੱਕੋ ਹੀ ਫਸਲ ਨਹੀਂ ਹੁੰਦੀ। ਹਰ ਸਟੇਟ ਦੇ ਵਿੱਚ ਅਲੱਗ-ਅਲੱਗ ਫਸਲਾਂ ਹੁੰਦੀਆਂ, ਅਲੱਗ-ਅਲੱਗ ਮੌਸਮ ਹੈ। ਇਹ ਸਟੇਟ ਦੀ ਮਰਜ਼ੀ ਹੈ ਵੀ ਸਟੇਟ ਨੇ, ਕਿਸਾਨ ਨੇ ਕੀ ਬੀਜਣਾ, ਕਿਹਨੂੰ ਵੇਚਣਾ, ਕਿੰਨਾ ਵੇਚਣਾ, ਕੀ ਰੇਟ ਲੈਣਾ, ਇਹ ਤਾਂ ਕਿਸਾਨ ਤੇ ਛੱਡ ਦੇਣਾ ਚਾਹੀਦਾ ਨਾ। ਇੱਕ ਭੌਰ ਸਾਹਿਬ, ਆਖਰੀ ਸਵਾਲ, ਜਿਹੜੀ ਇਲੈਕਸ਼ਨ ਵੀ ਹੋਣੀਆਂ, ਜਿਹੜੀਆਂ ਅਸੈਂਬਲੀ ਦੀਆਂ, STPC ਦੀਆਂ ਵੀ ਇਲੈਕਸ਼ਨ ਡਿਊ ਸਮਝੋ